ਓ ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨੇਕ ਪ੍ਰਕਾਰ। ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੈ ਉਦਾਸੀ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸ਼ਰ ਹੋਤੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ। ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਪਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰਹੈ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ। ਜਿਤ ਜਿਤ ਲਾਭ ਹੋ, ਤਿਤ ਤਿਤ ਲਗਨਾ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ। ਕਈ ਕੋਟ ਸਸਿਅਰ ਸੂਰ ਨਖਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ। ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੈ, ਕਈ ਕੋਟ ਗਿਰਮੇਰ ਸਵਰਨ ਥੀਵੈ। ਕਈ ਕੋਟ ਯਖ ਕਿਨਰ ਪਿਚਾਸ,
ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰੈ ਸਭਹੁ ਤੇ ਦੂਰ, ਨਾਨਕ ਆਪ ਅਲਪਤ ਰਿਹਾ ਭਰਪੂਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 275। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੋ ਵਾਰ ਕਹਿਣ ਤੇ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਮੁਬਾਰਕ ਬਾਣੀ ਸੁਖਮਣੀ ਸਾਹਿਬ, ਜਿਸ ਬਾਣੀ ਦੀ ਆਪਾਂ ਰੋਜ਼ਾਨਾ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦੇ ਇਸ ਸ਼ਲੋਕ ਦੇ ਅੰਦਰ 10 ਨੰਬਰ ਜਿਹੜੀ ਅਸ਼ਟਪਦੀ ਦੀ ਸ਼ੁਰੂਆਤ ਹੁੰਦੀ ਹੈ ਜੀ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨੇਕ ਪ੍ਰਕਾਰ। ਸਤਿਗੁਰੂ ਮਹਾਰਾਜ, ਉਸਤਤ ਦਾ ਅਰਥ ਹੁੰਦਾ ਜੀ ਵਡਿਆਈ, ਉਸ ਸਤਿਗੁਰੂ ਦੀ ਮਾਲਕ ਦੀ ਵਡਿਆਈ ਕਰਨੀ। ਗੁਰੂ ਅਰਜਨ ਮਹਾਰਾਜ ਇੱਥੇ ਸਮਝਾ ਰਹੇ ਨੇ, ਅਨੇਕਾਂ ਜਨ, ਅਨੇਕਾਂ ਤੇਰੇ ਪਿਆਰੇ, ਹੇ ਮਾਲਕ ਵਾਹਿਗੁਰੂ ਤੇਰੀ ਉਸਤਤ ਕਰਦੇ ਨੇ ਅਨੇਕ ਜਨ। ਅੱਗੇ ਸ਼ਬਦ ਵਰਤਿਆ ਅੰਤ ਨਾ ਪਾਰਾਵਾਰ, ਉਸਤਤ ਜ਼ਰੂਰ ਕਰਦੇ ਨੇ ਪਰ ਤੇਰਾ ਅੰਤ ਨਹੀਂ ਪਾ ਸਕਦੇ। ਹੁਣ ਆਪਾਂ ਸਾਰੇ ਉਸ ਮਾਲਕ ਦੇ ਗੁਣ ਗਾਉਂਦੇ ਆ, ਰੱਬ ਦੀ ਵਡਿਆਈ ਕਰਦੇ ਆ, ਮਾਲਕ ਦੇ ਗੁਣ ਗਾਉਂਦੇ ਆ, ਉਹਨੂੰ ਜਪਦੇ ਆ, ਯਾਦ ਕਰਦੇ ਆ। ਜਪਣਾ, ਯਾਦ ਕਰਨਾ, ਧਿਆਉਣਾ, ਇਹਦਾ ਅਰਥ ਕੀ ਹੁੰਦਾ ਹੈ? ਆਪਣੇ ਆਪੇ ਨੂੰ, ਜ਼ਿੰਦਗੀ ਨੂੰ ਸਵਾਰ ਲੈਣਾ। ਮਾਲਕ ਦੇ ਗੁਣ ਗਾ ਕੇ, ਉਸ ਮਾਲਕ ਦੇ ਨਾਮ ਅੰਦਰ ਸੁਰਤ ਜੋੜ ਕੇ ਇਸ ਭਵ ਸਾਗਰ ਤੋਂ ਤਰ ਜਾਣਾ, ਇਹੀ ਅਰਥ ਬਣਦਾ ਜੀ। ਹੁਣ ਇੱਥੇ ਮਹਾਰਾਜ ਕਹਿੰਦੇ ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ ਬੰਨਾ ਨਹੀਂ ਲੱਭ ਸਕਦੇ, ਉਰਲਾ ਤੇ ਪਰਲਾ ਬੰਨਾ। ਹੇ ਨਾਨਕ, ਇਹ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਦੇ ਕਈ ਕਿਸਮਾਂ ਦੀ, ਕਈ ਤਰੀਕਿਆਂ ਨਾਲ ਬਣਾਈ ਹੋਈ ਹੈ। ਜਪਜੀ ਸਾਹਿਬ ਦੀ ਬਾਣੀ ਅੰਦਰ ਇੱਕ ਪੌੜੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਜੀ। ਸਤਿਗੁਰੂ ਮਹਾਰਾਜ ਨੇ ਵੀ ਉੱਥੇ ਵੀ ਇਹੀ ਗੱਲ ਆਖੀ ਹੈ, ਜੇ ਕੋ ਆਖੇ ਮੈਂ ਰੱਬ ਦੀ ਸਿਫਤ ਕਰਦਾ, ਮੈਂ ਰੱਬ ਦੀ ਵਡਿਆਈ ਕਰਦਾ, ਮੈਂ ਰੱਬ ਨੂੰ ਨਿੱਤ ਇੰਨੇ ਵਾਰ ਧਿਆਉਣਾ, ਇੰਨੇ ਵਾਰ ਯਾਦ ਕਰਦਾ। ਪਾਤਸ਼ਾਹ ਜੀ ਨੇ ਇੱਕ ਸ਼ਬਦ ਕਿਹਾ, ਮਹਾਰਾਜ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਜੀ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਨਾ ਤਾਂ ਰੱਬ ਦੀਆਂ ਸਿਫਤਾਂ ਦਾ ਅੰਤ ਕਹਿਣ ਨਾਲ ਪੈ ਸਕਦਾ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਅੱਗੇ ਮਹਾਰਾਜ ਨੇ ਇੱਕ ਸ਼ਬਦ ਵਰਤਿਆ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਹੇ ਜਾਹੇ। ਅਖੀਰ, ਅੰਤ ਕਾਰਨ। ਇੱਧਰਲੇ ਬੰਨੇ ਨਾ ਤੁਰੀਏ, ਇੱਧਰਲੇ ਪਾਸੇ ਨਾ ਤੁਰੀਏ ਵੀ ਰੱਬ ਜੀ ਅਸੀਂ ਤੇਰਾ ਅੰਤ ਲੱਭਾਂਗੇ। ਰੱਬ ਦਾ ਅੰਤ ਲੱਭਣ ਵਾਲਾ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ, ਨਾ ਅਸੀਂ ਪਾ ਸਕਦੇ ਹਾਂ।
ਗੁਰਬਾਣੀ ਰੱਬ ਬਾਰੇ ਬੇਅੰਤ ਕਹਿੰਦੀ ਹੈ, ਅਗੰਮ ਕਹਿੰਦੀ ਹੈ, ਅਗੋਚਰ ਕਹਿੰਦੀ ਹੈ, ਵੱਡਾ ਕਹਿੰਦੀ ਹੈ। ਉਹ ਮਾਲਕ ਅਗੰਮ ਹੈ, ਅਗੋਚਰ ਹੈ, ਵੱਡਾ ਹੈ। ਅੰਤ ਪਾਉਣ ਦਾ ਗੱਲ ਕਦੇ ਅੰਤ ਪਾਉਣ ਦੀ ਗੱਲ ਕਦੇ ਵੀ ਨਾ ਕਰੀਏ। ਇੱਥੇ ਤਾਂ ਗੁਣ ਕਹਿ ਗੁਣੀ ਸਮਾਵਣਿਆਂ ਦੀ ਗੱਲ ਹੈ। ਰੱਬ ਦੇ ਗੁਣ ਗਾ ਕੇ ਗੁਣਾਂ ਅੰਦਰ ਸਮਾਉਣਾ ਹੈ। ਅੰਤ ਪਾਉਣ ਦੀ ਗੱਲ ਤਾਂ ਮਹਾਰਾਜ ਨੇ ਕਿਤੇ ਨਹੀਂ ਆਖੀ, ਨਾ ਉਹਦਾ ਅੰਤ ਪੈ ਸਕਦਾ, ਉਹ ਤਾਂ ਬੇਅੰਤ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਉਸਤਤ ਕਰੇ ਅਨੇਕ ਜਨ, ਤੇਰੇ ਸੇਵਕ ਤੇਰੇ ਪਿਆਰੇ ਉਸਤਤ ਕਰਦੇ ਨੇ। ਅੰਤ ਨਾ ਪਾਰਾਵਾਰ, ਪਰ ਅੰਤ ਨਹੀਂ ਪਾ ਸਕਦੇ, ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦੇ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਸਤਿਗੁਰੂ ਜੀ ਕਹਿੰਦੇ, ਹੇ ਮਾਲਕ ਵਾਹਿਗੁਰੂ, ਤੇਰੀ ਰਚਨਾ ਰਚੀ ਹੋਈ ਹੈ। ਆਹ ਜਿਹੜੀ ਕੁਦਰਤ ਹੈ, ਆਹ ਸੰਸਾਰ ਹੈ, ਸ੍ਰਿਸ਼ਟੀ ਹੈ, ਇਹ ਰੱਬ ਦੀ ਰਚੀ ਹੋਈ ਹੈ ਜੀ। ਕਿਵੇਂ ਰਚੀ ਹੈ? ਮਹਾਰਾਜ ਕਹਿੰਦੇ ਬਹੁ ਵਿਧ, ਬਹੁਤ ਦਾ ਅਰਥ ਬਹੁਤ ਤਰੀਕਿਆਂ ਨਾਲ, ਵਿਧੀਆਂ ਨਾਲ, ਅਨੇਕ ਪ੍ਰਕਾਰ, ਅਨੇਕਾਂ ਪ੍ਰਕਾਰਾਂ ਨਾਲ, ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਵਿਧੀਆਂ ਨਾਲ, ਅਨੇਕ ਪ੍ਰਕਾਰ। ਇਹ ਰਚਨਾ ਨੂੰ ਰਚਣ ਵਾਲਾ, ਸਭ ਤਰੀਕਿਆਂ ਦਾ ਮਾਲਕ ਤੂੰ ਆ ਵਾਹਿਗੁਰੂ। ਅਸੀਂ ਤਾਂ ਤੇਰੇ ਗੁਣ ਗਾ ਸਕਦੇ ਹਾਂ, ਅੰਤ ਤੇਰਾ ਕਦੇ ਨਹੀਂ ਪਾ ਸਕਦੇ। ਮਹਾਰਾਜ ਨੇ ਅੱਗੇ ਅਸ਼ਟਪਦੀ ਅੰਦਰ ਜਿਹੜੀ ਵਿਚਾਰ ਦਿੱਤੀ ਹੈ, ਸਤਿਗੁਰੂ ਮਹਾਰਾਜ ਕਹਿ ਰਹੇ ਨੇ ਅਸ਼ਟਪਦੀ ਦੇ ਅੰਦਰ, ਕਈ ਕੋਟ ਹੋਏ ਪੁਜਾਰੀ। ਸ੍ਰਿਸ਼ਟੀ ਦੀ ਗੱਲ ਕਰ ਰਹੇ ਨੇ ਮਹਾਰਾਜ ਜੀ। ਸ੍ਰਿਸ਼ਟੀ ਦਾ ਕਿਹੋ ਜਿਹਾ ਪਸਾਰਾ ਹੈ? ਕਈ ਕੋਟ ਆਚਾਰ ਵਿਵਹਾਰੀ। ਇੱਥੇ ਬਾਰ-ਬਾਰ ਸ਼ਬਦ ਕੋਟ ਸ਼ਬਦ ਆ ਰਿਹਾ ਜੀ। ਕੋਟ ਸ਼ਬਦ ਅਰਥ ਹੈ ਕਰੋੜ। ਧਿਆਨ ਨਾਲ ਸਮਝੋ, ਇਹ ਅਸ਼ਟਪਦੀ ਅੰਦਰ ਕਈ ਕੋਟ ਸ਼ਬਦ ਵਾਰ-ਵਾਰ ਆਵੇਗਾ। ਇਹਦਾ ਅਰਥ ਹੈ ਕਈ ਕਰੋੜ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭੂ ਦੀ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ, ਪੂਜਾ ਕਰਨ ਵਾਲੇ। ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ। ਇਸ ਮਾਲਕ ਦੀ ਰਚੀ ਹੋਈ ਰਚਨਾ ਦੇ ਵਿੱਚ, ਇਸ ਮਾਲਕ ਦੀ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਕਹਿੰਦੇ ਕਈ ਕੋਟ ਹੋਏ ਪੁਜਾਰੀ। ਬਹੁਤ ਲੋਕ ਪੁਜਾਰੀ ਨੇ, ਪੂਜਾ ਕਰਨ ਵਾਲੇ ਨੇ। ਕਈ ਕੋਟ ਆਚਾਰ ਵਿਵਹਾਰੀ। ਸਤਿਗੁਰੂ ਮਹਾਰਾਜ ਕਹਿੰਦੇ ਕਈ ਲੋਕ ਇਸ ਸ੍ਰਿਸ਼ਟੀ ਦੇ ਅੰਦਰ ਧਾਰਮਿਕ ਰਸਮਾਂ ਨਿਭਾਉਣ ਵਾਲੇ ਨੇ, ਧਾਰਮਿਕ ਕਰਮ ਕਰਨ ਵਾਲੇ ਨੇ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ। ਸਤਿਗੁਰੂ ਮਹਾਰਾਜ ਕਹਿੰਦੇ ਕਈ ਕਰੋੜਾਂ ਲੋਕ ਤੀਰਥਾਂ ਦੀ ਯਾਤਰਾ ਕਰਨ ਵਾਲੇ ਨੇ, ਤੀਰਥਾਂ ਤੇ ਜਾਣ ਵਾਲੇ ਲੋਕ ਨੇ। ਕਈ ਕੋਟ ਬਨ ਭਰਮੈ ਉਦਾਸੀ। ਕਈ ਲੋਕ ਉਦਾਸੀ ਹੋ ਕਰਕੇ ਜੰਗਲਾਂ ਦੇ ਵਿੱਚ ਭਟਕਦੇ ਨੇ, ਧਰਤੀ ਦਾ ਭਰਮਣ ਕਰਦੇ ਨੇ। ਕਰੋੜਾਂ ਲੋਕ, ਕਈ ਕਰੋੜਾਂ ਲੋਕਾਂ ਦੀ ਮਹਾਰਾਜ ਗੱਲ ਕਰ ਰਹੇ ਨੇ, ਦੁਨੀਆ ਦੀ ਗੱਲ ਕਰ ਰਹੇ ਨੇ ਮਹਾਰਾਜ। ਕਈ ਕੋਟ ਵੇਦ ਕੇ ਸਰੋਤੇ। ਕਈ ਲੋਕ ਵੇਦ ਸੁਣਨ ਵਾਲੇ, ਗ੍ਰੰਥ ਸੁਣਨ ਵਾਲੇ ਵੀ ਬਹੁਤ ਲੋਕ ਨੇ। ਕਈ ਕੋਟ ਤਪੀਸ਼ਰ ਹੋਤੇ। ਬੜੇ ਬੜੇ ਤਪੀ, ਤਪ ਕਰਨ ਵਾਲੇ ਲੋਕ, ਤਪ ਕਰਨ ਵਾਲੇ ਲੋਕ ਵੀ ਬਹੁਤ ਨੇ। ਕਈ ਕੋਟ ਆਤਮ ਧਿਆਨ ਧਾਰੈ। ਕਈ ਲੋਕ ਅੰਤਰਾਤਮੇ ਧਿਆਨ ਧਰ ਕੇ ਰੱਬ ਨਾਲ ਸੁਰਤ ਜੋੜਨ ਵਾਲੇ ਨੇ, ਮਾਲਕ ਦੇ ਚਰਨਾਂ ਨਾਲ ਜੁੜਨ ਵਾਲੇ ਵੀ ਨੇ। ਕਈ ਕੋਟ ਕਬ ਕਾਵ ਵਿਚਾਰੈ। ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨ ਵਾਲੇ। ਕਈ ਕੋਟ ਨਵਤਨ ਨਾਮ ਧਿਆਵੈ। ਸਤਿਗੁਰ ਮਹਾਰਾਜ ਕਹਿ ਰਹੇ ਨੇ ਇੱਥੇ ਕਰੋੜਾਂ ਲੋਕ ਆਪਣੇ ਅੰਦਰ ਸੁਰਤ ਜੋੜਨ ਵਾਲੇ ਵੀ ਨੇ, ਅਤੇ ਕਰੋੜਾਂ ਬੰਦੇ ਪ੍ਰਭੂ ਦਾ ਨਿਤ ਨਵਾਂ ਨਾਮ ਸਿਮਰਦੇ ਨੇ, ਨਿਤ ਨਵਾਂ ਨਾਮ ਸਿਮਰਦੇ ਨੇ। ਕਈ ਕਰੋੜਾਂ ਮਨੁੱਖ ਕਵੀਆਂ ਦੀਆਂ ਰਚੀਆਂ ਰਚਨਾ, ਕਵਿਤਾਵਾਂ ਵਿਚਾਰਦੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਕਈ ਕੋਟ ਨਵਤਨ ਨਾਮ ਧਿਆਵੈ। ਕਈ ਕੋਟ ਕਬ ਕਾਵ ਵਿਚਾਰੈ। ਬੜੇ ਕਵੀਆਂ ਦੀਆਂ ਕਵਿਤਾਵਾਂ ਰਚਣ ਵਾਲੇ ਜਿਹੜੇ ਕਵੀ ਨੇ, ਉਹਨਾਂ ਦੀਆਂ ਕਵਿਤਾਵਾਂ ਗਾਉਂਦੇ ਨੇ,
ਰੱਬ ਦੀ ਸਿਫਤ ਅੰਦਰ ਰਚੀਆਂ ਹੋਈਆਂ ਕਵਿਤਾ, ਰੱਬ ਦੀ ਸਿਫਤ ਅੰਦਰ ਕਹੀ ਹੋਈ ਵਿਚਾਰ। ਪਾਤਸ਼ਾਹ ਜੀ ਕਹਿੰਦੇ ਅੱਗੇ ਇੱਕ ਨਿਰਣਾ ਦਿੱਤਾ ਜੀ ਇਸ ਬੰਦ ਦਾ, ਨਿਚੋੜ ਕਹਿ ਲਓ। ਮਹਾਰਾਜ ਕਹਿੰਦੇ ਨਾਨਕ ਕਰਤੇ ਕਾ ਅੰਤ ਨਾ ਪਾਵੇ। ਸਾਰੀ ਗੱਲ ਇੱਥੇ ਆ ਕੇ ਸਮਾਪਤ ਹੁੰਦੀ ਹੈ। ਮਹਾਰਾਜ ਨੇ ਇੱਕ ਲੜੀ ਦੇ ਵਿੱਚ ਬੜੀ ਪਿਆਰੀ ਗੱਲ ਕੀਤੀ। ਬਹੁਤ ਲੋਕ ਪੁਜਾਰੀ ਨੇ, ਬਹੁਤ ਲੋਕ ਧਾਰਮਿਕ ਕਰਮ ਕਰਨ ਵਾਲੇ ਨੇ, ਤੀਰਥ ਜਾਣ ਵਾਲੇ ਲੋਕ ਨੇ, ਉਦਾਸੀ ਰਹਿਣ ਵਾਲੇ ਲੋਕ ਨੇ, ਵੇਦਾਂ ਨੂੰ ਸੁਣਨ ਵਾਲੇ ਲੋਕ ਨੇ, ਗਿਆਨੀ ਲੋਕ ਨੇ, ਤਪ ਕਰਨ ਵਾਲੇ ਲੋਕ ਨੇ, ਧਿਆਨ ਧਰਨ ਵਾਲੇ ਲੋਕ ਨੇ। ਮਹਾਰਾਜ ਕਹਿੰਦੇ ਕਰੋੜਾਂ ਹੀ ਲੋਕ। ਅੱਗੇ ਬੜੀ ਪਿਆਰੀ ਗੱਲ ਆਖੀ, ਨਾਨਕ ਇਹ ਨਿਚੋੜ ਆ ਜੀ ਇਸ ਬੰਦ ਦਾ। ਨਾਨਕ ਕਰਤੇ ਕਾ ਅੰਤ ਨਾ ਪਾਵੇ। ਗੱਲ ਤਾਂ ਅੰਤ ਦੀ ਹੈ। ਮਹਾਰਾਜ ਕਹਿੰਦੇ ਦੁਨੀਆ ਥੱਕ ਗਈ ਹੈ, ਤੀਰਥ ਯਾਤਰਾਵਾਂ ਕਰਕੇ, ਪੁਜਾਰੀ ਪੂਜਾ ਕਰਕੇ ਥੱਕ ਗਿਆ, ਧਰਮ ਕਰਮ ਕਰਕੇ ਥੱਕ ਗਏ ਆ, ਉਦਾਸੀ ਬਣ ਕੇ ਜੰਗਲਾਂ ਦਾ ਭਰਮਣ ਕਰਕੇ ਥੱਕ ਗਏ ਆ। ਪਰ ਹੇ ਵਾਹਿਗੁਰੂ ਤੇਰਾ ਕੋਈ ਅੰਤ ਨਹੀਂ ਲੱਭ ਸਕਦਾ, ਅੰਤ ਨਹੀਂ ਪਾ ਸਕਦਾ। ਗੱਲ ਇੱਥੇ ਸ਼ਲੋਕ ਜਿਹੜਾ ਇੱਕ ਸੰਦਰਭ ਦੇ ਅੰਦਰ ਗੱਲ ਚੱਲ ਰਹੀ ਹੈ ਉਹ ਅੰਤ ਦੀ ਹੈ। ਮਹਾਰਾਜ ਜਿਹੜੀ ਸੰਦਰਭ ਦੇ ਅੰਦਰ ਗੱਲ ਕਰ ਰਹੇ ਨੇ ਵੀ ਰੱਬ ਦਾ ਕੋਈ ਅੰਤ ਨਹੀਂ ਪਾ ਸਕਦਾ। ਪਾਤਸ਼ਾਹ ਜੀ ਕਹਿ ਰਹੇ ਨੇ, ਆਪਾਂ ਸ਼ਲੋਕ ਪੜ੍ਹਿਆ ਸੀ ਜੀ, ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ। ਇੱਥੇ ਵੀ ਗੱਲ ਆ ਗਈ। ਮਹਾਰਾਜ ਕਹਿੰਦੇ ਨਾਨਕ ਕਰਤੇ ਕਾ ਅੰਤ ਨਾ ਪਾਵੇ। ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਗਲੀ ਜਿਹੜੀ ਵਿਚਾਰ ਪੰਕਤੀ ਹੈ, ਅਗਲੀ ਬਚਨ ਨੇ ਮਹਾਰਾਜ ਦੇ, ਕਈ ਕੋਟ ਭਏ ਅਭਿਮਾਨੀ। ਅਭਿਮਾਨੀ ਦਾ ਅਰਥ ਜੀ ਹੰਕਾਰੀ ਬੰਦੇ। ਕਈ ਕਰੋੜਾਂ ਲੋਕ ਇੱਥੇ ਹੰਕਾਰ ਕਰਨ ਵਾਲੇ ਵੀ ਨੇ, ਬਹੁਤ ਹੰਕਾਰੀ ਲੋਕ। ਕਈ ਕੋਟ ਅੰਧ ਅਗਿਆਨੀ, ਅੰਨੇ ਮੂਰਖ ਅਗਿਆਨੀ ਬੰਦੇ ਵੀ ਬਹੁਤ ਨੇ ਇੱਥੇ, ਜਿਨ੍ਹਾਂ ਨੂੰ ਮੂੜ ਕਿਹਾ, ਮੂਰਖ ਕਿਹਾ ਮਹਾਰਾਜ ਨੇ। ਸਤਿਗੁਰ ਮਹਾਰਾਜ ਕਹਿੰਦੇ ਬਹੁਤ ਲੋਕ ਹੰਕਾਰ ਕਰਨ ਵਾਲੇ ਨੇ, ਬਹੁਤ ਲੋਕ ਅੰਨੇ ਤੇ ਅਗਿਆਨੀ ਨੇ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਸਤਿਗੁਰ ਮਹਾਰਾਜ ਕਹਿ ਰਹੇ ਨੇ ਜੀ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਕਹਿੰਦੇ ਕਰੋੜਾਂ ਮਨੁੱਖ ਸੂਮ ਤੇ ਪੱਥਰ ਦਿਲ ਹਨ, ਅਤੇ ਕਰੋੜਾਂ ਮਨੁੱਖ ਅੰਦਰੋਂ ਕੋਰੇ ਨੇ, ਅਤੇ ਕਿਸੇ ਦਾ ਦੁੱਖ ਤੱਕ ਵੀ ਨਹੀਂ ਜਾਣਦੇ। ਕਈ ਕੋਟ ਅਭਿਗ ਆਤਮ ਨਿਕੋਰ, ਪੱਥਰ ਦਿਲ ਵਾਲੇ ਲੋਕ। ਕਈ ਕੋਟ, ਪਾਤਸ਼ਾਹ ਜੀ ਕਹਿ ਰਹੇ ਨੇ, ਕਈ ਕੋਟ ਕਿਰਪਨ ਕਠੋਰ। ਕਈ ਲੋਕ ਐਸੇ ਨੇ ਜਿਹੜੇ ਅੰਦਰੋਂ ਕਠੋਰ ਹੁੰਦੇ ਨੇ। ਆਪਾਂ ਨੂੰ ਬਹੁਤੇ ਲੋਕ ਐਸੇ ਮਿਲ ਜਾਂਦੇ ਨੇ ਜੀ, ਉਹਨਾਂ ਸਾਹਮਣੇ ਕਿੰਨਾ ਮਰਜ਼ੀ ਜ਼ੁਲਮ ਹੋਈ ਜਾਵੇ, ਕਿੰਨਾ ਮਰਜ਼ੀ ਤਸ਼ੱਦਦ ਹੋਈ ਜਾਵੇ, ਕਿਸੇ ਨਾਲ ਧੱਕਾ ਹੋਈ ਜਾਵੇ, ਉਹਨਾਂ ਨੇ ਆਵਾਜ਼ ਨਹੀਂ ਉਠਾਣੀ ਹੁੰਦੀ। ਉਹਨਾਂ ਨੂੰ ਗੁਰਬਾਣੀ ਨੇ ਮਰੀਆਂ ਜ਼ਮੀਰਾਂ ਵਾਲੇ ਵੀ ਕਿਹਾ। ਕਰੋੜਾਂ ਲੋਕ ਨੇ ਜਿਹੜੇ ਆਪਣੀ ਜ਼ਮੀਰ ਮਾਰ ਕੇ ਬੈਠੇ ਨੇ, ਪੱਥਰ ਦਿਲ ਹੋ ਕੇ ਬੈਠੇ ਨੇ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁੱਖ ਨਾ ਕਰੈ। ਕਰੋੜਾਂ ਲੋਕ ਮਹਾਰਾਜ ਕਹਿੰਦੇ, ਦਰਬ ਦਾ ਅਰਥ ਹੁੰਦਾ ਜੀ ਧਨ, ਕਿਸੇ ਦਾ ਪਰਾਇਆ ਧਨ ਚੁਰਾਉਣ ਵਾਲੇ, ਜਿਨ੍ਹਾਂ ਨੂੰ ਚੋਰ ਕਿਹਾ ਜਾਂਦਾ ਹੈ। ਕਰੋੜਾਂ ਲੋਕ ਸਤਿਗੁਰ ਮਹਾਰਾਜ ਕਹਿੰਦੇ ਪਰਾਇਆ ਧਨ, ਪਰਾਇਆ ਘਰ ਤੱਕਣ ਵਾਲੇ ਵੀ ਹਨ ਇੱਥੇ ਦੁਨੀਆ ਤੇ। ਕਈ ਕੋਟ ਪਰ ਦੁੱਖ ਨਾ ਕਰੈ, ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ। ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਨ ਵਾਲੇ ਲੋਕ ਵੀ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪ੍ਰਮਾਹੇ। ਕਰੋੜਾਂ ਮਨੁੱਖ ਧਨ ਪਦਾਰਥ ਦੀ ਖਾਤਰ ਮਿਹਨਤ ਵਿੱਚ ਜੁਟੇ ਹੋਏ ਨੇ, ਅਤੇ ਕਰੋੜਾਂ ਹੀ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਕਈ ਕੋਟ ਪਰਦੇਸ ਭਰਮਾਏ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ
ਕਰਤਾ ਰਚਨਾ। ਅਖੀਰ ਇਹਦਾ ਨਿਚੋੜ ਮਹਾਰਾਜ ਨੇ ਦੱਸਿਆ ਜੀ। हे ਪ੍ਰਭੂ, ਜਿਸ ਜਿਸ ਆਹਾਰੇ ਕੰਮੇ ਤੂੰ ਲਾਉਂਦਾ ਹੈ, ਉਸ ਆਹਾਰ ਤੇ ਉਸ ਕੰਮ ਤੇ ਮਨੁੱਖ ਲੱਗਿਆ ਹੋਇਆ ਹੈ। हे ਨਾਨਕ, ਕਰਤਾਰ ਦੀ ਰਚਨਾ ਦਾ ਭੇਤ ਕਰਤਾਰ ਹੀ ਜਾਣਦਾ, ਰੱਬ ਹੀ ਜਾਣਦਾ। ਏਡਾ ਵੱਡਾ ਪਸਾਰਾ, ਏਡੀ ਵੱਡੀ ਰਚਨਾ, ਏਡਾ ਵੱਡਾ ਇਹ ਖਲਕਤ ਆ ਨਾ ਜਿਹੜੀ, ਇਸ ਖਲਕਤ ਦੀ ਰਚਨਾ ਨੂੰ ਰਚਣ ਵਾਲਾ ਉਹ ਮਾਲਕ ਆਪ ਹੀ ਜਾਣਦਾ ਹੈ। ਇਹ ਦੂਸਰੀ ਜਿਹੜੇ ਆਪਾਂ ਬੰਦ ਦੀ ਵਿਚਾਰ ਕਰ ਰਹੇ, ਇਹਦਾ ਨਿਚੋੜ ਹੈ ਜੀ। ਕਿੰਨੇ ਪ੍ਰਕਾਰ ਦੀ, ਕਿੰਨੇ ਰੰਗਾਂ ਦੀ, ਕਿੰਨੇ ਭਾਂਤਾਂ ਦੀ ਦੁਨੀਆ ਸਾਜੀ ਹੈ ਮਾਲਕ ਨੇ। ਅੱਗੇ 3 ਨੰਬਰ ਬੰਦ ਅੰਦਰ ਮਹਾਰਾਜ ਕਹਿ ਰਹੇ ਨੇ ਜੀ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਇਸ ਸ੍ਰਿਸ਼ਟੀ ਰਚਨਾ ਵਿੱਚ ਕਰੋੜਾਂ ਪੁੱਗੇ ਹੋਏ ਤੇ ਕਾਮ ਨੂੰ ਵਸ ਵਿੱਚ ਰੱਖਣ ਵਾਲੇ ਜੋਗੀ ਹਨ ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਹਨ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਰੋੜਾਂ ਪੰਛੀ ਤੇ ਸੱਪ ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹੋਏ ਹਨ। ਸ੍ਰਿਸ਼ਟੀ ਬਾਰੇ ਮਹਾਰਾਜ ਕਹਿ ਰਹੇ ਨੇ, ਕਿੰਨਾ ਕੁਝ ਪਸ਼ੂ ਪੰਛੀ ਪੱਥਰ ਰੁੱਖ ਬਿਰਖ, ਸਭ ਨੂੰ ਪੈਦਾ ਕਰਨ ਵਾਲਾ ਕੌਣ ਆ? ਕੁਦਰਤ ਕਹਿ ਲੋ, ਪ੍ਰਮਾਤਮਾ ਕਹਿ ਲੋ, ਵਾਹਿਗੁਰੂ ਕਹਿ ਲੋ। ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ। ਕਰੋੜਾਂ ਹਵਾ ਪਾਣੀ ਅਤੇ ਅੱਗ ਹਨ। ਇਹ ਬੇਅੰਤਤਾਈ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ, ਗੁਰੂ ਸਾਹਿਬ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ। ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਹਨ ਅਤੇ ਕਈ ਕਰੋੜਾਂ ਚੰਦਰਮਾ ਸੂਰਜ ਤਾਰੇ ਹਨ। ਪਾਤਸ਼ਾਹ ਜੀ ਕਹਿ ਰਹੇ ਨੇ, ਕਰੋੜਾਂ ਦੇਵਤੇ ਇੰਦਰ ਹਨ ਅਤੇ ਸਿਰ ਉੱਤੇ ਛਤਰ ਹਨ। ਇਹ ਅੱਖਰੀ ਅਰਥ ਆਪਾਂ ਪੜ੍ਹ ਰਹੇ ਹਾਂ ਜੀ। ਪਾਤਸ਼ਾਹ ਜੀ ਕਹਿ ਰਹੇ ਨੇ, ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕੋਟ ਦਾਨਵ ਇੰਦਰ ਸਿਰ ਛਤਰ। ਅੱਗੇ ਮਹਾਰਾਜ ਕਹਿ ਰਹੇ ਨੇ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਅਖੀਰ ਦੇ ਵਿੱਚ ਇਸ ਪੰਕਤੀ ਦਾ, ਇਸ ਬੰਦ ਦਾ ਨਿਚੋੜ ਦੇ ਰਹੇ ਨੇ ਮਹਾਰਾਜ। ਪਾਤਸ਼ਾਹ ਜੀ ਅਖੀਰ ਦੇ ਵਿੱਚ ਕਹਿ ਰਹੇ ਨੇ, ਇਹਨਾਂ ਸਾਰੇ ਜੀ ਜਨਤਾਂ ਦੇ ਪਦਾਰਥਾਂ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ। हे ਨਾਨਕ, ਜੋ ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ। ਹੁਕਮ ਰੂਪੀ ਧਾਗਾ, ਨਿਯਮ ਕਹਿ ਲੋ, ਹੁਕਮ ਕਹਿ ਲੋ, ਹੁਕਮ ਦੇ ਤਹਿਤ ਏਡਾ ਵੱਡਾ ਪਸਾਰਾ ਚੱਲ ਰਿਹਾ। ਅੱਗੇ ਮਹਾਰਾਜ 4 ਨੰਬਰ ਬੰਦ ਅੰਦਰ ਕਹਿ ਰਹੇ ਨੇ ਮਹਾਰਾਜ ਜੀ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਕਰੋੜਾਂ ਜੀਵ ਮਾਇਆ ਦੇ 3 ਗੁਣਾ ਰਜੋ ਤਮੋ ਸਤੋ ਵਿੱਚ ਹਨ। ਕਰੋੜਾਂ ਬੰਦੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਦੇ ਪੜ੍ਹਨ ਵਾਲੇ ਹਨ। ਕਈ ਕੋਟ ਰਾਜਸ ਤਾਮਸ ਸਾਤਕ, ਰਜੋ ਤਮੋ ਸਤੋ ਮਾਇਆ ਦੇ 3 ਗੁਣ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਕਰੋੜਾਂ ਲੋਕ ਵੇਦਾਂ ਨੂੰ ਪੜ੍ਹਨ ਵਾਲੇ, ਸਿਮਰਤੀਆਂ ਨੂੰ ਸੁਣਨ ਵਾਲੇ ਵੀ ਹਨ। ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਪਾਤਸ਼ਾਹ ਜੀ ਕਹਿੰਦੇ, ਸਮੁੰਦਰਾਂ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ। ਕਈ ਕਿਸਮ ਦੇ ਜੀ ਜੰਤ ਬਣਾ ਦਿੰਦੇ ਨੇ, ਦਿੱਤੇ ਹਨ। ਪਾਤਸ਼ਾਹ ਜੀ ਕਹਿ ਰਹੇ ਨੇ, ਇੰਨਾ ਕੁਝ ਪੈਦਾ ਕਰਨ ਵਾਲਾ ਉਹ ਮਾਲਕ ਵਾਹਿਗੁਰੂ ਹੈ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਹਨ ਅਤੇ ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਜਾਂਦੇ ਹਨ।
ਕਈ ਕੋਟ ਜਖਰ ਕਈ ਕੋਟ ਜਖ ਕਿਨਰ ਪਿਚਾਸ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਪਾਤਸ਼ਾਹ ਜੀ ਕਹਿੰਦੇ ਨੇ ਕਰੋੜਾਂ ਹੀ ਜਖ ਕਿਨਰ ਤੇ ਪਿਚਾਸ ਹਨ, ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ। ਪ੍ਰਭੂ ਇਹਨਾਂ ਸਭਨਾਂ ਦੇ ਨੇੜੇ ਹੀ ਹੈ, ਉਹ ਦੂਰ ਨਹੀਂ ਰਹਿੰਦਾ। ਹੁਣ ਆਪਾਂ ਇੱਕ ਬਚਨ ਪੜ੍ਹਿਆ ਜੀ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਕਈ ਵਾਰ ਸਾਡਾ ਧਿਆਨ, ਮੈਂ ਕੱਲ ਵੀ ਗੱਲ ਕੀਤੀ ਸੀ, ਇੱਥੇ ਮਹਾਰਾਜ ਰੱਬ ਦੀ ਬੇਅੰਤਤਾਈ ਬਾਰੇ ਗੱਲ ਕਰ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ। ਹੁਣ ਜਦੋਂ ਅਸੀਂ ਇੱਥੇ ਭੂਤ ਜਾਂ ਪ੍ਰੇਤ ਦੀ ਗੱਲ ਕਰਦੇ ਹਾਂ, ਸਾਡਾ ਧਿਆਨ ਕਈ ਵਾਰ ਇਸ ਤਰ੍ਹਾਂ ਲੱਗਦਾ ਵੀ ਜਦੋਂ ਬੰਦਾ ਮਰ ਜਾਂਦਾ ਉਦੋਂ ਭੂਤ ਪ੍ਰੇਤ ਬਣ ਗਿਆ, ਉਹ ਸਾਡਾ ਧਿਆਨ ਉਧਰ ਚਲਾ ਜਾਂਦਾ ਹੈ। ਪਰ ਮਹਾਰਾਜ ਇੱਥੇ ਜਿਉਂਦੇ ਜੀ ਗੱਲ ਕਰ ਰਹੇ ਨੇ। ਕਰੋੜਾਂ ਲੋਕ ਪ੍ਰੇਤ ਜੂਨੀ ਵਿੱਚ, ਭੂਤ ਜੂਨੀ ਵਿੱਚ ਅੱਜ ਵੀ ਕਰੋੜਾਂ ਲੋਕ ਤੁਰੇ ਫਿਰਦੇ ਨੇ। ਸੱਚ ਦੇ ਮਾਰਗ ਤੋਂ ਥਿੜਕਣ ਵਾਲੇ, ਗੁਰੂ ਵਾਲੇ ਮਾਰਗ ਤੋਂ ਥਿੜਕਣ ਵਾਲੇ ਭੂਤ ਪ੍ਰੇਤ ਹੀ ਨੇ ਜੀ। ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬੜੇ ਹਵਾਲੇ ਦਿੱਤੇ ਨੇ। ਸਭ ਤੇ ਨੇੜੇ ਸਭੋਂ ਤੇ ਦੂਰ, ਨਾਨਕ ਆਪ ਅਲਪਤ ਰਿਹਾ ਭਰਪੂਰ। ਸਤਿਗੁਰੂ ਮਹਾਰਾਜ ਕਹਿੰਦੇ ਉਹ ਸਭ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ। ਉਹ ਅਲਪਤ ਆਪ ਹੀ ਜੋ ਨਿਰਲੇਪ ਹੈ, ਵਿਦਾਗ ਹੈ, ਸਭ ਥਾਵਾਂ ਤੇ ਭਰਪੂਰ ਵੀ ਹੈ, ਉਹ ਸਭ ਥਾਵਾਂ ਤੇ ਵਸ ਰਿਹਾ। ਗੁਰੂ ਕਿਰਪਾ ਕਰੇ ਜੀ, ਇਹਨਾਂ ਅਸ਼ਟਪਦੀ ਦੇ ਅੰਦਰ ਆਪਾਂ 4 ਬੰਦਾਂ ਦੀ ਵਿਚਾਰ ਕੀਤੀ, ਇੱਕ ਸ਼ਲੋਕ ਦੀ ਵਿਚਾਰ ਕੀਤੀ ਹੈ। ਅੰਤ ਤੇ ਮਹਾਰਾਜ ਨੇ ਨਿਚੋੜ ਜਿਹੜਾ ਦਿੱਤਾ ਹੈ, ਤੱਤ ਜਿਹੜਾ ਦਿੱਤਾ ਹੈ, ਉਹੀ ਹੈ ਜਿੰਨੀ ਇਹ ਸੰਸਾਰ ਦੀ ਰਚਨਾ ਰੱਬ ਦੀ ਰਚੀ ਹੋਈ ਹੈ। ਬੜੇ ਲੋਕ ਬੜਾ ਕੁਝ ਕਰਕੇ ਵੇਖ ਰਹੇ ਨੇ, ਪਰ ਅਖੀਰ ਸਾਡਾ ਛੁਟਕਾਰਾ ਪ੍ਰਮਾਤਮਾ ਦੇ ਨਾਮ ਨਾਲ ਹੀ ਹੋਣਾ ਹੈ। ਗੁਰੂ ਕਿਰਪਾ ਕਰੇ ਸੀ ਅਸੀਂ ਲੜੀਵਾਰ ਵਿਚਾਰ, ਬਾਣੀ ਦੀ ਵਿਚਾਰ ਜਿਹੜੀ ਆਪਾਂ ਰੋਜ਼ਾਨਾ ਇੱਕ ਰੂਟੀਨ ਦੇ ਵਿੱਚ ਰਹਿ ਕੇ ਕਰਦੇ ਹਾਂ। ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਸਾਡਾ ਜੀਵਨ, ਸਾਡਾ ਆਪਾਂ ਸਬਰੇ। ਆਓ ਗੁਰਮੁਖੋ, ਲੜੀਵਾਰ ਜੋ ਇਤਿਹਾਸਕ ਵਿਚਾਰ ਚੱਲ ਰਹੀ ਹੈ, 10ਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ ਇੱਕ ਲੜੀ ਦੇ ਤਹਿਤ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਆਨੰਦਪੁਰ ਦੇ ਵਿੱਚ ਜੋ ਮਹਾਰਾਜ ਸਿੱਖਾਂ ਦੀ ਪ੍ਰੀਖਿਆ ਲੈ ਰਹੇ ਨੇ, ਆਪਣੇ ਪਿਆਰੇ ਸਿੱਖਾਂ ਨੂੰ ਜੋ ਵਿਚਾਰਾਂ ਸਮਝਾ ਰਹੇ ਨੇ, ਉਹ ਆਪਾਂ ਸਾਰੇ ਇੱਕ ਲੜੀ ਦੇ ਤਹਿਤ ਵਿਚਾਰਦੇ ਆ ਰਹੇ ਹਾਂ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈ, ਵਿਚਾਰ ਕਰਨੀ ਹੈ, ਮਸੰਦ ਸਿਲਸਿਲਾ, ਮਸੰਦ ਪ੍ਰਥਾ ਕਹਿ ਲਓ, ਮਸੰਦ ਸਿਲਸਿਲਾ ਕਹਿ ਲਓ। ਮਸੰਦ, ਜੇ ਤੁਸੀਂ ਅੱਜ ਕਿਸੇ ਵਿਅਕਤੀ ਨੂੰ ਮਸੰਦ ਕਹਿੰਦੇ ਹੋ, ਅਗਲਾ ਗੁੱਸਾ ਮਹਿਸੂਸ ਕਰਦਾ ਵੀ ਤੂੰ ਮੈਨੂੰ ਮਸੰਦ ਕਿਉਂ ਕਿਹਾ। ਇਸ ਪ੍ਰਥਾ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਮਸੰਦ ਪ੍ਰਥਾ ਸਿੱਖ ਧਰਮ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਚਲਾਈ ਸੀ। ਮਸੰਦਾਂ ਦਾ ਕਾਰਜ ਖੇਤਰ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਬੜਾ ਵਿਸ਼ਾਲ ਸੀ। ਕਿਉਂ ਇਹ ਪ੍ਰਥਾ ਚਲਾਣੀ ਪਈ? ਕਿਉਂਕਿ ਸਿੱਖੀ ਦਾ ਜਿਹੜਾ ਦਾਇਰਾ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ।